250 एकड़ ज़री ज़मीन के मालिक चौधरी वाहिद अरसल, जिनके पास कंपनी ट्रैक्टर चेक करवाने भेजती हैं। ਮੁxtਲਿਫ ਕੰਪਨੀਆਂ ਦੇ ਟੈਸਟ ਆਉਂਦੇ ਰਹਿੰਦੇ ਆ ਜਿਹੜੇ ਅਸੀਂ ਟੈਸਟ ਕਰੀਦੇ ਆ ਜੀ ਤੇ ਹਫਤਾ ਪੂਰਾ ਟੈਸਟ ਜਿਹੜਾ ਹੁੰਦਾ ਜੀ ਉਹ ਬੰਦ ਹੀ ਨਹੀਂ ਕਰੀਦਾ ਤਾਂ ਕਿ ਉਹਦੇ ਵਿੱਚ ਕੋਈ ਵੀ ਫਾਲਟ ਆਵੇ ਉਹਨੂੰ ਕੰਪਨੀ ਦੂਰ ਕਰ ਸਕੇ। ਸਰ ਦੱਸੋਗਾ ਜ਼ਿਮੀਂਦਾਰ ਦਾ ਸ਼ੌਕ ਆ ਜਾਂ ਤੁਹਾਡਾ ਜੋ ਵੀ ਸਿਸਟਮ ਹੈ ਕਿਦੋਂ ਦਾ ਕਰ ਰਹੇ ਹੋ? ਜੀ ਮੈਂ ਤਾਂ ਤਕਰੀਬਨ ਸ਼ੁਰੂ ਹੋਇਆ ਵਾਂ ਜੀ 1997-98 ਦੇ ਵਿੱਚ ਹੀ ਤੇ ਬਾਕੀ ਵਾਲਦ ਸਾਹਿਬ ਜਿਹੜੇ ਹੈਗੇ ਆ ਉਹ ਸ਼ੁਰੂ ਤੋਂ ਜ਼ਿਮੀਂਦਾਰੀ ਕਰਦੇ ਆ ਜੀ ਸਾਰੇ ਅਸੀਂ। ਸਰ ਜਦੋਂ ਤੁਸੀਂ ਸ਼ੁਰੂ ਕੀਤਾ ਸੀਗਾ ਕਿੰਨੇ ਏਕੜ ਤੋਂ ਸ਼ੁਰੂ ਕੀਤਾ ਸੀ? ਇਹ ਤਕਰੀਬਨ 70-75 ਏਕੜ ਤੋਂ ਸ਼ੁਰੂ ਕੀਤਾ। 75 ਏਕੜ ਤੋਂ ਸ਼ੁਰੂ ਕੀਤਾ ਸੀਗਾ, 2025 ਆ ਗਿਆ, ਅੱਜ ਤੁਹਾਡੇ ਕੋਲ ਕਿੰਨੇ ਏਕੜ ਆ? ਅੱਜ ਸਾਡੇ ਕੋਲ ਹੈ ਤਕਰੀਬਨ ਜੀ 24-2500 ਏਕੜ ਦਾ ਜ਼ਿਮੀਂਦਾਰ ਕਰਦੇ ਆ। 24-2500 ਏਕੜ ਮਾਸ਼ਾਅੱਲਾ। ਜ਼ਿਆਦਾਤਰ ਤੁਸੀਂ ਕੀ ਕਾਸ਼ਤ ਕਰਦੇ ਹੋ? ਆਲੂ, ਮਕਈ ਤੇ ਚਾਵਲ ਜੀ, ਤਿੰਨ ਫਸਲਾਂ ਕਰਦੇ ਆ ਜੀ। ਸਰ ਸੁਣਨੇ 'ਚ ਆ ਰਿਹਾ ਵਾ ਕਿ ਅਗਰ ਕਿਸੇ ਵੀ ਕੰਪਨੀ ਨੇ ਕੋਈ ਵੀ ਟਰੈਕਟਰ ਲਾਂਚ ਕਰਨਾ ਹੋਵੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਦੀ ਟੈਸਟਿੰਗ ਕਰਵਾਉਂਦੇ ਆ, ਇਹਦੇ 'ਚ ਕਿੰਨੀ ਸਦਾਕਤ ਹੈ? ਜੀ ਬਿਲਕੁਲ ਜੀ, ਕੰਪਨੀਆਂ ਦੇ ਮੁxtਲਿਫ ਕੰਪਨੀਆਂ ਦੇ ਟੈਸਟ ਆਉਂਦੇ ਰਹਿੰਦੇ ਆ ਜਿਹੜੇ ਅਸੀਂ ਟੈਸਟ ਕਰੀਦੇ ਆ ਜੀ। ਟੈਸਟ ਕਰਨ ਦੀ ਵੱਡੀ ਵਜ੍ਹਾ ਇਹੀ ਹੁੰਦੀ ਹੈ ਕਿ ਉਹ ਚਾਹੁੰਦੇ ਆ ਕਿ ਜ਼ਿਆਦਾ ਤੋਂ ਜ਼ਿਆਦਾ ਟੈਸਟ ਚੱਲਣਾ ਚਾਹੀਦਾ ਵਾ ਤਾਂ ਕਿ ਉਹਦੇ ਵਿੱਚ ਕੋਈ ਵੀ ਫਾਲਟ ਆਵੇ ਉਹਨੂੰ ਕੰਪਨੀ ਦੂਰ ਕਰ ਸਕੇ। ਤੇ ਫਿਰ ਸਾਡੇ ਕੋਲ ਜਦੋਂ ਟੈਸਟ ਆਉਂਦੇ ਆ ਅਸੀਂ ਤਕਰੀਬਨ ਇਹਨੂੰ 24-24 ਘੰਟੇ ਜਿਹੜਾ ਨਾ ਜੀ ਉਹ ਚਲਾਈਦਾ ਵਾ, ਯਾਨੀ ਬਲਕਿ ਚੱਲਦੇ ਰਹਿੰਦੇ, ਹਫਤਾ ਪੂਰਾ ਟੈਸਟ ਜਿਹੜਾ ਨਾ ਜੀ ਉਹ ਬੰਦ ਹੀ ਨਹੀਂ ਕਰੀਦਾ, ਤੇਲ ਪਾਉਣ ਲੱਗੇ ਬੰਦ ਕਰੀਦਾ, ਬਾਕੀ ਚੱਲਦਾ ਹੀ ਰਹਿੰਦਾ ਵਾ। ਉਹਦੇ ਵਿੱਚ ਫਿਰ ਜਿਹੜੇ ਲਗਾਤਾਰ ਜਦੋਂ ਚੱਲਦੇ ਕੋਈ ਫਾਲਟ ਆਉਂਦੇ ਆ ਉਹ ਫਿਰ ਕੰਪਨੀ ਉਸ ਫਾਲਟ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੀ ਹੈ ਜੀ। ਫਿਰ ਤਕਰੀਬਨ ਸਰ ਤੁਸੀਂ ਇੱਕ ਟਰੈਕਟਰ ਨੂੰ ਕਿੰਨੀ ਦੇਰ ਪ੍ਰੋਸੀਜਰ ਹੁੰਦਾ ਤੁਹਾਡੇ ਕੋਲ, ਕਿੰਨੀ ਦੇਰ ਟਰੈਕਟਰ ਰਹਿੰਦਾ ਫਿਰ ਜਾ ਕੇ ਤਾਂ ਤੁਸੀਂ ਟਰੈਕਟਰ ਨੂੰ ਕਾਮਯਾਬ ਕਰਦੇ ਜਾਂ ਫੇਲ ਕਰਦੇ? ਦੇਖੋ ਜੀ ਇਹ ਮੁxtਲਿਫ ਜਗ੍ਹਾ ਤੇ ਜਾਂਦਾ ਵਾ, ਮੇਰੇ ਕੋਲ ਨਹੀਂ ਆਉਂਦਾ, ਹੋਰ ਵੀ ਵੱਡੇ ਵੱਡੇ ਇਹ ਫਾਰਮਰ ਉਹਨਾਂ ਦੇ ਕੋਲ ਟੈਸਟ ਜਾਂਦੇ ਆ ਇਹ ਜੀ, ਉੱਥੇ ਵੀ ਟੈਸਟ ਹੁੰਦੇ ਆ, ਸਾਡੇ ਕੋਲ ਵੀ ਟੈਸਟ ਹੁੰਦੇ ਆ। ਫਿਰ ਜਿਹੜੇ ਕੋਈ ਫਾਲਟ ਹੁੰਦੇ ਉਹ ਫਿਰ ਦੂਰ ਕਰਦੇ ਆ। ਤਕਰੀਬਨ ਕੰਪਨੀ ਅਗਰ ਕੋਈ ਵੀ ਟੈਸਟ ਲਾਂਚ ਕਰਦੀ ਹੈ ਨਾ ਜੀ ਉਹਨੂੰ 2 ਸਾਲ ਜਿਹੜੇ ਨਾ ਉਹ ਕਨਫਰਮ ਹੁੰਦੇ ਆ ਕਿ 2 ਸਾਲ ਦੇ ਵਿੱਚ ਉਹਦੀ ਟੈਸਟਿੰਗ ਪੂਰੀ ਹੋ ਜਾਂਦੀ ਹੈ। ਸਰ ਅੱਜ ਮੌਜੂਦਾ ਦੌਰ, ਮੌਜੂਦਾ ਹਾਲਾਤ ਦੇ ਅੰਦਰ ਕਿਸਾਨਾਂ ਦੇ ਕਿਸ ਤਰ੍ਹਾਂ ਦੇ ਹਾਲਾਤ ਜਾ ਰਹੇ ਆ? ਦੇਖੋ ਜੀ ਕਿਸਾਨ ਦੇ ਫਿਲਹਾਲ ਜਿਹੜੇ ਹਾਲਾਤ ਉਹ ਬਹੁਤ ਬੁਰੇ ਹਾਲਾਤ ਜਾ ਰਹੇ ਆ ਜੀ, ਕਿਉਂਕਿ ਕਿਸਾਨ ਨੂੰ ਉਹਦੀ ਮਿਹਨਤ ਦਾ ਫਲ ਨਹੀਂ ਮਿਲ ਰਿਹਾ। ਦਿਨ ਰਾਤ ਕਿਸਾਨ ਜਿਹੜਾ ਵਾ ਉਹ ਖੱਪ ਰਿਹਾ ਵਾ, ਠੀਕ ਹੈ ਜੀ, ਲੇਕਿਨ ਕਿਸਾਨ ਦੀ ਕੋਈ ਫਸਲ ਦਾ ਕਿਸੇ ਫਸਲ ਦਾ ਰੇਟ ਨਹੀਂ ਹੈ। ਕਿਸਾਨ ਦਿਨ ਬ ਦਿਨ ਜਿਹੜਾ ਥੱਲੇ ਜਾ ਰਿਹਾ ਜੀ ਇਸ ਟਾਈਮ। ਮਕਈ ਦਾ ਵੀ ਕੋਈ ਰੇਟ ਨਹੀਂ ਜੀ, ਜਿਸ ਤਰ੍ਹਾਂ ਕਿ ਹੁਣ ਚਾਵਲ ਦੀ ਫਸਲ ਆ ਗਈ ਹੈ ਜੀ, ਇਹਦੇ ਵਿੱਚ ਸਾਡੀ ਗੌਰਮੈਂਟ ਨੂੰ ਚਾਹੀਦਾ ਹੈਗਾ ਵਾ ਕਿ ਇਹਦਾ ਇੱਕ ਸਰਵੇ ਕਰਨ ਕਿ ਇਸ ਟਾਈਮ ਜਿਹੜੇ ਹੈਗੇ ਮੁਲਕ ਦੇ ਵਿੱਚ ਕਿੰਨੇ ਏਕੜ ਦੇ ਉੱਤੇ ਜਿਹੜੀ ਹੈਗੀ ਆ ਚਾਵਲ ਦੀ ਫਸਲ ਲੱਗੀ ਆ, ਉਹਦੇ ਵਿੱਚ ਸਾਡੇ ਮੁਲਕ ਨੂੰ ਕਿੰਨੀ ਜ਼ਰੂਰਤ ਹੈ, ਅਗਰ ਉਹਨੂੰ ਅਸੀਂ ਬਾਹਰ ਭੇਜੀਏ ਤਾਂ ਕਿੰਨੀ ਭੇਜ ਸਕਦੇ ਹਾਂ। ਅਗਰ ਕੋਈ ਅੱਲਾ ਦੀ ਤਰਫੋਂ ਕੋਈ ਆਫਤ ਆ ਜਾਂਦੀ ਹੈ ਕਿਸੇ ਇਸਲਾਮੀ ਮੁਲਕ ਦੇ ਉੱਤੇ ਕੁਝ ਵੀ, ਅਸੀਂ ਉੱਥੇ ਵੀ ਆਪਣੀ ਇਮਦਾਦ ਭੇਜਣ ਵਾਸਤੇ ਉਹਦਾ ਵੀ ਸਾਡੇ ਕੋਲ ਸਟਾਕ ਜਿਹੜਾ ਵਾ ਉਹ ਮੌਜੂਦ ਹੋਣਾ ਚਾਹੀਦਾ ਵਾ। ਤੇ ਲੇਕਿਨ ਐਸਾ ਕੋਈ ਸਿਸਟਮ ਸਾਡੇ ਮੁਲਕ ਦੇ ਵਿੱਚ ਨਹੀਂ ਹੈ। ਚਾਵਲ ਦੀ ਫਸਲ ਜਿਹੜੀ ਉਹ ਆ ਰਹੀ ਹੈ ਲੇਕਿਨ ਉਹਦਾ ਹੁਣ ਰੇਟ ਜਿਹੜਾ ਉਹ ਦਿਨ ਬ ਦਿਨ ਥੱਲੇ ਜਾਈ ਜਾ ਰਿਹਾ ਜੀ। ਤੇ ਕਿਸਾਨ ਜੇ ਅਗਰ ਇਹ ਮੂੰਜੀ ਦੀ ਫਸਲ ਦੇ ਵਿੱਚੋਂ ਵੀ ਮਰ ਗਏ ਤੇ ਕਿਸਾਨ ਬਿਲਕੁਲ ਜਿਹੜਾ ਉਹ ਖਤਮ ਹੋ ਜਾਏਗਾ ਜੀ। ਸਰ ਜਿਸ ਤਰ੍ਹਾਂ ਗੰਦਮ ਦੇ ਨਾਲ ਹੋਇਆ ਵਾ, ਗੰਦਮ ਕਿਸਾਨਾਂ ਨੇ ਬੜੀ ਲਗਾਈ ਸੀਗੀ ਲੇਕਿਨ ਉਹਦਾ ਰੇਟ ਹੀ ਨਹੀਂ ਉਹਨੂੰ ਮਿਲਿਆ ਹੈਗਾ। ਰੇਟ ਤੇ ਦੂਰ ਦੀ ਗੱਲ ਹੈ, ਕਿਸੇ ਨੇ ਖਰੀਦਦਾਰੀ ਨਹੀਂ ਹੁੰਦੀ ਕੀਤੀ। ਕੀ ਗੱਲ ਮੂੰਜੀ ਦਾ ਵੀ ਆਉਣ ਵਾਲੇ ਹਾਲਾਤ ਦੇ ਅੰਦਰ ਮੂੰਜੀ ਦੀ ਕੀ ਸੂਰਤ ਹਾਲ ਹੋਊਗੀ? ਮੂੰਜੀ ਦੀ ਵੀ ਇਹੀ ਸੂਰਤ ਹਾਲ ਲੱਗਦੀ ਹੈ। ਜਿਹੜਾ ਕਿਸਾਨ ਵਿਚਾਰਾ ਗੰਦਮ ਦੇ ਕਾਸ਼ਤਕਾਰ ਸੀ ਨਾ ਜੀ ਜਿਹੜੇ ਜ਼ਿਆਦਾਤਰ, ਉਹ ਵਿਚਾਰੇ ਤਾਂ ਬਹੁਤ ਲਾਸ 'ਚ ਗਏ ਆ ਜੀ। ਉਹਨਾਂ ਦੀ ਗੰਦਮ ਨਹੀਂ ਗੌਰਮੈਂਟ ਨੇ ਖਰੀਦੀ ਜੀ, ਕੋਈ ਗੌਰਮੈਂਟ ਦੀਆਂ ਪਾਲਿਸੀਆਂ ਨਹੀਂ ਠੀਕ ਸੀ। ਗੌਰਮੈਂਟ ਦੱਸ ਜਿਹੜੀ ਵੀ ਕੋਈ ਵੀ ਪਾਲਿਸੀ ਬਣਾਉਂਦੀ ਹੈ ਨਾ ਜੀ ਉਹ ਉੱਥੇ ਬੈਠ ਕੇ ਪਾਲਿਸੀ ਬਣਾ ਦਿੰਦੀ ਹੈ। ਉਹਦੇ ਵਿੱਚ ਅਗਰ ਕਿਸਾਨ ਨੂੰ ਬਿਠਾਇਆ ਜਾਵੇ ਨਾ ਕਿ ਕਿਸਾਨ ਨੂੰ ਕਿਸ ਚੀਜ਼ ਦੀ ਜ਼ਰੂਰਤ ਵਾ ਔਰ ਕਿਸਾਨ ਕੀ ਚਾਹੁੰਦਾ ਹੈਗਾ ਵਾ, ਅਗਰ ਉਸ ਪਾਲਿਸੀ ਦੇ ਉੱਪਰ ਕੰਮ ਕੀਤਾ ਜਾਵੇ ਤਾਂ ਉਹ ਜ਼ਬਰਦਸਤ ਹੋਏਗਾ। ਅਗਰ ਮੈਂ ਇੱਥੇ ਬੈਠ ਕੇ ਕਹਿ ਦੇਵਾਂ ਕਿ ਇਹ ਕੰਮ ਕਰ ਦਿਓ ਜੀ, ਹੋ ਸਕਦਾ ਉਹਦੇ ਵਿੱਚ ਕਿਸਾਨਾਂ ਦਾ ਫਾਇਦਾ ਹੋਣ ਤੋਂ ਬਜਾਏ ਨੁਕਸਾਨ ਹੋ ਜਾਵੇ। ਇਹ ਗੌਰਮੈਂਟ ਨੂੰ ਚਾਹੀਦਾ ਵੇ ਕਿ ਜਦੋਂ ਵੀ ਕੋਈ ਪਾਲਿਸੀ ਤਿਆਰ ਕਰਦੇ ਐ ਅਸੀਂ ਉਹਦੇ ਵਿੱਚ ਕਿਸਾਨਾਂ ਨੂੰ ਬੁਲਾਇਆ ਜਾਵੇ ਔਰ ਕਿਸਾਨਾਂ ਦੀ ਰਾਏ ਲਈ ਜਾਵੇ, ਉਸ ਤੋਂ ਬਾਅਦ ਦੇ ਵਿੱਚ ਉਸ ਪਾਲਿਸੀ ਨੂੰ ਲਾਂਚ ਕੀਤਾ ਜਾਵੇ। ਸਰ ਪਾਕਿਸਤਾਨ ਦੇ ਅੰਦਰ ਤਕਰੀਬਨ ਬਹੁਤ ਸੀ ਕੰਪਨੀਆਂ ਟਰੈਕਟਰ ਚੱਲ ਰਹੇ ਕੰਪਨੀਆਂ ਦੇ, ਤੁਹਾਡੀ ਨਜ਼ਰ ਕਿਉਂਕਿ ਤੁਸੀਂ ਹਰ ਟਰੈਕਟਰ ਨੂੰ ਚੈੱਕ ਕੀਤਾ ਵਾ, ਖੁਦ ਟੈਸਟ ਕੀਤਾ ਵਾ, ਪਾਸ ਕੀਤੇ, ਟਰੈਕਟਰ ਫੇਲ ਕੀਤਾ, ਤੁਹਾਡੀ ਨਜ਼ਰ ਦੇ ਅੰਦਰ ਜਿਹੜੇ ਕੰਪਨੀ ਦੇ ਟਰੈਕਟਰ ਚੱਲਦੇ ਪਏ ਆ ਸਭ ਤੋਂ ਅੱਛੀ ਕੰਪਨੀ ਕਿਹੜੀ ਜਾ ਰਹੀ ਹੈ? ਦੇਖੋ ਜੀ ਟਰੈਕਟਰ ਮਾਸ਼ਾਅੱਲਾ ਸਾਰੀਆਂ ਕੰਪਨੀਆਂ ਦੇ ਅੱਛੇ ਆ ਜੀ, ਕੋਈ ਕੰਪਨੀ ਆਪਦੇ ਵੱਲੋਂ ਕਸਰ ਕੋਈ ਨਹੀਂ ਛੱਡਦੀ ਹੈਗੀ। ਲੇਕਿਨ ਇਹਦੇ ਵਿੱਚ ਦੇਖਿਆ ਜਾਂਦਾ ਹੈਗਾ ਵਾ, ਅਸੀਂ ਇਸ ਚੀਜ਼ ਨੂੰ ਦੇਖੀਦਾ ਵਾ ਕਿ ਟਰੈਕਟਰ ਦੀ ਟੁੱਟ ਭੱਜ ਜਿਹੜੀ ਆ ਉਹ ਘੱਟ ਤੋਂ ਘੱਟ ਹੋਵੇ, ਠੀਕ ਹੈ ਜੀ। ਟਰੈਕਟਰ ਦੇ ਉੱਤੇ ਡਰਾਈਵਰ ਅਗਰ ਬੈਠਾ ਵਾ ਉਹ ਡਰਾਈਵਰ ਉਹਨੂੰ ਆਪਰੇਟ ਜਿਹੜਾ ਵਾ ਉਹ ਅੱਛੇ ਤਰੀਕੇ ਨਾਲ ਕਰ ਸਕੇ, ਆਸਾਨੀ ਨਾਲ, ਥਕਾਵਟ ਨਾ ਉਹਨੂੰ ਹੋਵੇ। ਅਸੀਂ ਇਹ ਚੀਜ਼ਾਂ ਦੇ ਉੱਤੇ ਗੌਰ ਕਰੀਦਾ ਵਾ ਕਿ ਡਰਾਈਵਰ ਵੀ ਈਜ਼ੀ ਹੋਵੇ ਤੇ ਜ਼ਮੀਨ ਵੀ ਅੱਛੀ ਤਰ੍ਹਾਂ ਤਿਆਰ ਹੋ ਜਾਵੇ ਔਰ ਟਰੈਕਟਰ ਨੂੰ ਕੋਈ ਮਸਲਾ ਮਸਾਇਲ ਨਾ ਹੋਵੇ। ਅਸੀਂ ਇਸ ਚੀਜ਼ ਦੇ ਉੱਤੇ ਗੌਰ ਕਰੀਦਾ ਵਾ ਜੀ। ਡਾਕਟਰ ਸਾਹਿਬ ਫਿਊਚਰ 'ਚ ਕੀ ਲੱਗ ਰਿਹਾ? ਮਾਸ਼ਾਅੱਲਾ ਤੁਹਾਡਾ ਤਕਰੀਬਨ 27-2800 ਏਕੜ ਤੁਹਾਡੇ ਕੋਲ ਜ਼ਮੀਨ ਹੈਗੀ, ਤੁਸੀਂ ਉਹਦੀ ਕਾਸ਼ਤਕਾਰੀ ਕਰਦੇ ਹੋ। ਇਨ ਫਿਊਚਰ ਇਹਨੂੰ ਵਧਾਓਗੇ ਜਾਂ ਕੰਮ ਕਰੋਗੇ? ਕਿਉਂਕਿ ਮੌਜੂਦਾ ਜਿਹੜੇ ਹਾਲਾਤ ਆ ਮੁਲਕ ਪਾਕਿਸਤਾਨ ਦੇ ਕਿਸਾਨਾਂ ਦੇ ਬਾਰੇ ਬਹੁਤ ਖਸਤਾ ਹਾਲਤ ਜਾ ਰਹੇ ਆ, ਕੀ ਕਹਿਣਾ ਚਾਹੋਗੇ? ਦੇਖੋ ਜੀ ਫਿਲਹਾਲ ਤੇ ਅਸੀਂ ਵਾਹੀ ਘਟਾ ਰਹੇ ਹਾਂ ਜੀ, ਇਸ ਸਾਲ ਵੀ ਕਾਫੀ ਘਟਾਤੀ ਹੈ ਜੀ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਦੇਖੋ ਜੀ, ਕਿਉਂਕਿ ਅਗਰ ਇਹ ਰੇਟ ਰਹੇ, ਕਿਉਂਕਿ ਕਿਸਾਨ ਜਿਹੜਾ ਵਾ ਵਿਚਾਰਾ ਦੇਖੋ ਦਿਨ ਵੀ ਕੰਮ ਕਰਦਾ, ਰਾਤ ਵੀ ਕੰਮ ਕਰਦਾ, ਧੁੱਪੇ ਵੀ ਕੰਮ ਕਰਦਾ, ਸਰਦੀ 'ਚ ਵੀ ਕੰਮ ਕਰਦਾ, ਹਰ ਜਗ੍ਹਾ ਤੇ ਉਹ ਆਪਣਾ ਪੂਰਾ ਜਿਹੜਾ ਉਹ ਕੰਮ ਕਰ ਰਿਹਾ ਵਾ, ਲੇਕਿਨ ਉਹਨੂੰ ਪੈਸੇ ਨਹੀਂ ਮਿਲਦੇ। ਇੱਕ ਇਹ ਚੀਜ਼ ਦੇਖੋ ਕਿ ਅਨਾਜ ਨੂੰ ਉਗਾਉਣ ਵਾਸਤੇ ਕਿਸਾਨ ਇੰਨਾ ਕੁਝ ਕਰਦਾ,
ਅਗਾਉਣਾ ਤੇ ਆਗਾਤ ਕੋਈ ਵੀ ਲਏਗਾ, ਲੇਕਿਨ ਅਗਰ ਉਹਨੂੰ ਜਦੋਂ ਵੇਚੋਗੇ ਤੁਸੀਂ ਉਹਦੇ ਉੱਤੇ ਤੁਹਾਨੂੰ ਪ੍ਰਾਫਿਟ ਨਹੀਂ ਆਏਗਾ, ਤੁਹਾਨੂੰ ਘਾਟਾ ਆਏਗਾ, ਤੇ ਉਹ ਸਿਰਫ ਕਿਸਾਨ ਹੀ ਬਰਦਾਸ਼ਤ ਕਰ ਸਕਦਾ। ਆਮ ਬੰਦਾ ਦੂਸਰਾ ਜਿਹੜਾ ਕਿਸਾਨੀ ਤੋਂ ਹਟ ਕੇ ਉਹ ਬਰਦਾਸ਼ਤ ਨਹੀਂ ਕਰ ਸਕਦਾ। ਉਹ ਕੋਈ ਵੀ ਕਾਰੋਬਾਰ ਕਰਦਾ ਉਹਨੂੰ ਘਾਟਾ ਪੈ ਜਾਂਦਾ ਵਾ ਤੇ ਉਹਨਾਂ ਦੇ ਬਲੱਡ ਪ੍ਰੈਸ਼ਰ ਹਾਈ ਹੋ ਜਾਂਦੇ ਆ ਜੀ। ਸਾਡੀਆਂ ਫਸਲਾਂ ਦੇ ਰੇਟ ਨਹੀਂ ਹੈ, ਸਾਨੂੰ ਕਿਸੇ ਚੀਜ਼ ਦੇ ਕੋਈ ਪੈਸੇ ਨਹੀਂ ਮਿਲ ਰਹੇ ਹੈਗੇ। ਅਸੀਂ ਜਿਹੜੇ ਸਾਡੇ ਕੋਲ ਪਿਛਲੇ 2-3 ਸਾਲਾਂ ਦੇ ਕੋਈ ਫਸਲਾਂ ਦੇ ਰੇਟ ਅੱਛੇ ਸੀ, ਜਿਹੜੇ ਸਾਡੇ ਕੋਲ ਪੈਸੇ ਹੈ ਸੀਗੇ, ਅਸੀਂ ਉਹ ਵੀ ਆਪਦੀਆਂ ਫਸਲਾਂ ਦੇ ਉੱਤੇ ਲਾ ਚੁੱਕੇ ਹਾਂ। ਆਲੂ ਦੀ ਫਸਲ ਤੁਸੀਂ ਦੇਖ ਲਓ, ਆਲੂ ਲੋਕਾਂ ਦੇ ਸਟੋਰਾਂ 'ਚ ਪਏ ਆ, ਉਹਨਾਂ ਦੇ ਇੰਨੇ ਕਿਰਾਏ ਆ। ਸਾਡੀ ਗਵਰਨਮੈਂਟ ਨੂੰ ਚਾਹੀਦਾ ਸੀ ਕਿ ਇਹਦੇ ਉੱਤੇ ਸਰਵੇ ਕਰਦੇ ਵੀ ਇੰਨਾ ਆਲੂ ਪਾਕਿਸਤਾਨ ਦੇ ਅੰਦਰ ਪਿਆ, ਇੰਨਾ ਸਾਡੇ ਇਸਤੇਮਾਲ ਦੇ ਵਿੱਚ, ਇੰਨਾ ਚਲੋ ਅਸੀਂ ਕੋਈ ਬਾਰਡਰ ਖੋਲੀਏ, ਅਸੀਂ ਕੋਈ ਬਾਹਰ ਭੇਜੀਏ, ਜ਼ਿਮੀਂਦਾਰ ਵੀ ਖੁਸ਼ ਹੋ ਜਾਏਗਾ, ਪੈਸੇ ਮੁਲਕ ਚਾਹ ਗਏ, ਮੁਲਕ ਵੀ ਖੁਸ਼ਹਾਲ ਹੋਏਗਾ। ਲੇਕਿਨ ਇਹਦੇ ਉੱਪਰ ਸਾਡੀ ਗਵਰਨਮੈਂਟ ਕੁਝ ਨਹੀਂ ਕਰ ਰਹੀ। ਮਾਰਕੀਟ ਦੀ ਕੀ ਸੂਰਤ ਹਾਲ ਆ, ਟਰੈਕਟਰ ਮਾਰਕੀਟ ਦੀ ਜਾਂ ਬਾਕੀ ਜ਼ਰੀਏ ਹਾਲਾਤ, ਉਹਨਾਂ ਦੀ ਕੀ ਸੂਰਤ ਹਾਲ ਆ ਬਾਕੀ ਸਾਲਾਂ ਦੀ ਨਿਸਬਤ? ਇਸ ਸਾਲ ਜਿਹੜੇ ਜਾ ਰਹੇ ਆ 2-3 ਸਾਲ ਤੋਂ ਕੀ ਹਾਲਾਤ ਆ ਉਹਨਾਂ ਦੇ? ਦੇਖੋ ਜੀ, ਕਿਸਾਨ ਕੋਲ ਤਾਂ ਇਸ ਟਾਈਮ ਪੈਸੇ ਨਹੀਂ ਹੈ ਜੀ, ਬਿਲਕੁਲ ਕਿਸੇ ਕੰਪਨੀ ਦਾ ਕੋਈ ਟੈਸਟ ਜਿਹੜਾ ਉਹ ਸੇਲ ਨਹੀਂ ਹੋ ਰਿਹਾ ਜੀ, ਬਲਕਿ ਜ਼ਰੀਏ ਹਾਲਾਤ ਜਿਹੜੇ ਉਹ ਵੀ ਨਹੀਂ ਸੇਲ ਹੋ ਰਹੇ। ਜ਼ਰੀਏ ਹਾਲਾਤ ਤੋਂ ਹਟ ਕੇ ਜਿਹੜਾ ਹੈ ਮਾਰਕੀਟ ਤੁਸੀਂ ਦੇਖ ਲਓ ਖਾਲੀ ਪਈ ਹੈ ਜੀ। ਅਗਰ ਜ਼ਿਮੀਂਦਾਰ ਦੇ ਕੋਲ ਪੈਸਾ ਆਏਗਾ ਤਾਂ ਉਹੀ ਮਾਰਕੀਟ 'ਚ ਜਾਏਗਾ ਨਾ ਜੀ, ਠੀਕ ਹੈ ਜੀ। ਜਦੋਂ ਜ਼ਿਮੀਂਦਾਰ ਕੋਲ ਪੈਸਾ ਹੀ ਨਹੀਂ ਹੈ, ਉਹਨੇ ਟੈਸਟ ਵਿਚਾਰੇ ਨੇ ਉਹਨੇ ਤੇ ਆਪਦੀਆਂ ਕੋਈ ਮੱਝਾਂ ਗਾਵਾਂ ਵੇਚ ਕੇ ਤੇ ਝੋਨੇ ਦੇ ਉੱਤੇ ਲਾਤੀਆਂ ਵਾ, ਠੀਕ ਹੈ ਜੀ। ਤਾਂ ਹੁਣ ਉਹ ਕਿਸਾਨ ਦੇ ਵਿੱਚ ਸਖਤ ਹੀ ਨਹੀਂ ਹੈ ਇਹ ਕਿ ਉਹ ਕੋਈ ਨਵੀਂ ਚੀਜ਼ ਖਰੀਦ ਸਕੇ। ਚੋਟ ਸਾਹਿਬ, ਇਸ ਵਕਤ ਸਾਨੂੰ ਬਲਕਿ ਪੂਰਾ ਪਾਕਿਸਤਾਨ ਨਹੀਂ ਪੂਰੀ ਦੁਨੀਆ ਦੇਖਦੀ ਪਈ ਹੈ, ਸਾਨੂੰ ਹਕੂਮਤੀ ਅਦਾਰੇ, ਸਾਨੂੰ ਹਕੂਮਤ ਦੇਖਦੀ ਪਈ, ਇਹਨਾਂ ਵਾਸਤੇ ਕੀ ਪੈਗਾਮ ਦੇਣਾ ਚਾਹੋਗੇ? ਦੇਖੋ ਜੀ, ਮੈਂ ਆਪਣੀ ਗਵਰਨਮੈਂਟ ਨੂੰ ਇਹੀ ਪੈਗਾਮ ਦਿਆਂਗਾ ਜੀ। ਦੇਖੋ ਸਾਡੇ ਅਦਾਰੇ ਬਣੇ ਆ ਜੀ, ਪੰਜਾਬ ਸੀਡ ਕਾਰਪੋਰੇਸ਼ਨ ਹੋ ਗਿਆ, ਹੋਰ ਕਾਫੀ ਅਦਾਰੇ ਬਣੇ ਹੋਏ ਆ। ਮੈਂ ਚਾਹੁੰਦਾ ਵਾਂ ਕਿ ਪਾਕਿਸਤਾਨ ਦੇ ਵਿੱਚ ਆਪਦਾ ਹੀ ਆਲੂ ਦਾ ਸੀਡ ਹੋਵੇ, ਪਾਕਿਸਤਾਨ ਦੇ ਵਿੱਚ ਮਕਈ ਦਾ ਸੀਡ ਹੋਣਾ ਚਾਹੀਦਾ ਵਾ, ਪਾਕਿਸਤਾਨ ਦੇ ਵਿੱਚ ਚਾਵਲ ਦਾ ਹੋਣਾ ਚਾਹੀਦਾ ਵਾ, ਕਪਾਸ ਦਾ ਸੀਡ ਹੋਣਾ। ਸਾਨੂੰ ਇਹ ਅਦਾਰਾ ਕੋਈ ਸੀਡ ਨਹੀਂ ਦੇ ਰਿਹਾ। ਅਸੀਂ ਸੀਡ ਜਿਹੜੇ ਅਸੀਂ 16 17 ਹਜ਼ਾਰ ਦੇ ਅਸੀਂ ਮੱਕੀ ਦਾ ਸੀਡ ਔਰ ਚਾਵਲ ਦੀ ਫਸਲ ਦਾ ਸੀਡ, ਆਲੂਆਂ ਦਾ ਤਾਂ ਤਕਰੀਬਨ ਅਸੀਂ 1.5-2 ਲੱਖ ਦਾ ਲਈਦਾ ਕਿੱਲੇ ਦਾ ਸੀਡ। ਉਹ ਅਸੀਂ ਸੀਡ ਦੇ ਵੀ ਪੈਸੇ ਅਸੀਂ ਦੇਖੋ ਤੁਸੀਂ ਅਕਸਰ ਖਰਚਾ ਹੋ ਰਿਹਾ ਨਾ। ਅਗਰ ਇਹ ਚੀਜ਼ਾਂ ਸਾਨੂੰ ਪਾਕਿਸਤਾਨ ਦੇ ਅੰਦਰ ਮਿਲਣਗੀਆਂ, ਖਾਸ ਸਸਤੀ ਮਿਲੇਗੀ, ਤਾਂ ਜ਼ਾਹਰੀ ਗੱਲ ਹੈ ਜ਼ਿਮੀਂਦਾਰ ਵੀ ਖੁਸ਼ਹਾਲ ਹੋ ਜਾਏਗਾ ਤੇ ਮੁਲਕ ਵੀ ਖੁਸ਼ਹਾਲ ਹੋ ਜਾਏਗਾ। ਇਹਦੇ ਉੱਪਰ ਕੰਮ ਕਰਨਾ ਚਾਹੀਦਾ ਹੈਗਾ ਵਾ, ਬਜਾਏ ਕਿ ਅਦਾਰਿਆਂ ਨੂੰ ਤੁਸੀਂ ਇੰਨੀਆਂ ਤਨਖਾਹਾਂ ਦੇ ਰਹੇ ਆ, ਗੱਡੀਆਂ ਦਿੱਤੀਆਂ ਵਾ, ਉਹ ਬਸ ਆ ਕੇ ਦੱਸਦੇ ਆ ਜੀ ਕਿ ਤੁਸੀਂ ਐਤਕੀ ਦਫਾ ਗੰਦਮ ਲਗਾ ਲਓ ਜੀ, ਇਹ ਤੁਸੀਂ ਕਪਾਸ ਲਗਾ ਲਓ ਜੀ। ਕਪਾਸ ਦੇਖੋ ਲੋਕਾਂ ਨੇ ਜ਼ਾਇਆ ਕਰਤੀ ਆਪਦੀ ਕਿ ਉਹਨੂੰ ਫਲ ਨਹੀਂ ਲੱਗਾ, ਸੀਡ ਨਾ ਅੱਛੇ ਹੋਣ ਦੀ ਵਜ੍ਹਾ ਤੋਂ। ਅਗਰ ਪਾਕਿਸਤਾਨ ਦੇ ਅੰਦਰ ਗਰਮੀ ਜ਼ਿਆਦਾ ਆ ਰਹੀ ਹੈ, ਸਾਨੂੰ ਚਾਹੀਦਾ ਵਾ ਗਰਮੀ ਨੂੰ ਬਰਦਾਸ਼ਤ ਕਰਨ ਵਾਲੇ ਸੀਡ ਪਾਕਿਸਤਾਨ 'ਚ ਹੋਣੇ ਚਾਹੀਦੇ। ਲੇਕਿਨ ਸਾਡੇ ਮੁਲਕ ਦੇ ਵਿੱਚ 20 ਸਾਲਾਂ ਤੋਂ ਉਹੀ ਸੀਡ ਜਿਹੜੇ ਆ ਉਹ ਚੱਲਦੇ ਆ ਰਹੇ ਆ ਜੀ। ਉਹ ਚਾਹੇ ਗਰਮੀ ਦਾ ਸੀਡ ਹੈ, ਚਾਹੇ ਸਰਦੀ ਦਾ ਸੀਡ ਹੈਗਾ, ਉਹ ਤੇ ਫਿਰ ਜ਼ਿਮੀਂਦਾਰ ਦਾ ਨੁਕਸਾਨ ਹੁੰਦਾ ਵਾ ਜੀ।